ख़वातीन हज़रात अस्सलामु अलैकुम, नमस्ते, सत श्री अकाल, गुड मॉर्निंग से लेकर गुड इवनिंग और आदाब। वैसे तो मैं समझता हूँ कि आदाब एक इतना जामे किस्म का लफ्ज़ है कि इसमें सब कॉन्टिनेंट के हवाले से सभी मज़ाहब आ जाते हैं। और मज़ाहब का क्या, जो जिसका कोई मज़हब नहीं वो भी इसमें शामिल हो जाते हैं। और उसके इस एक लफ्ज़ के कह देने के बाद कम अज़ कम सब कॉन्टिनेंट के हवाले से फिर अस्सलामु अलैकुम, सत श्री अकाल, नमस्ते, गुड मॉर्निंग, गुड इवनिंग कहने की ज़रूरत ही नहीं पड़ती। तो जैसा कि मैं अर्ज़ कर चुका हूँ, इसमें वो लोग भी शामिल हो जाते हैं जिनका कोई मजहब ही नहीं है। तो ये इतना खूबसूरत लफ्ज़ है। तो खैर, आदाब के साथ अर्ज़ ये है कि मैं अच्छा, कुछ भी कहने से पहले मैं आपसे रिक्वेस्ट करूँगा कि आप ये दो छोटी छोटी वीडियोज़ देखिए। जी भाजी, ये नवा चैनल असी करता शुरू, तो ਇਹਦਾ ਮਕਸਦ ਜਿਹੜਾ ਨਾ, ਇਹ ਸਿਰਫ ਹੱਸਣਾ ਹਸਾਣਾ ਹੈ। ਕਿਸੇ ਦੀ ਕੋਈ ਦਿਲਜ਼ਾਰੀ ਨਹੀਂ ਹੈਗੀ ਇਹਦੇ ਵਿੱਚ। ਅਸੀਂ ਬਸ ਇਹ ਚਾਹੁੰਦੇ ਹਾਂ ਕਿ ਲੋਕ ਇਹ ਦੇਖਣ ਅਤੇ ਬੁੱਲੇ ਲੁੱਟਣ, ਮਜ਼ੇ ਲੈਣ। ਅਤੇ ਇਸੇ ਵਾਸਤੇ ਇਹਦਾ ਨਾਂ ਜਿਹੜਾ ਨਾ, ਇਹ ਅਸੀਂ ਰੱਖਿਆ ਹੈ ਬਾਂਦਰ, ਬੁਲਬੁਲ ਅਤੇ ਬਿੱਲਾ। ਇਹ ਦੇਖੋ ਨਾ ਜੀ, ਕਿੱਡਾ ਮਜ਼ੇਦਾਰ ਨਾਂ ਹੈ, ਬਾਂਦਰ, ਬੁਲਬੁਲ ਅਤੇ ਬਿੱਲਾ। ਅਤੇ ਆਪਣਾ ਕੀ ਨਾਂ ਉਸਦਾ, ਇਹਦੀ ਲੁਕੇਲ ਕੀ ਹੈ ਮੈਂ ਤਾਂ ਨਹੀਂ ਦੱਸ ਸਕਦਾ, ਕਿਉਂਕਿ ਇਹ ਬਾਂਦਰ ਅਤੇ ਬਿੱਲਾ ਅਤੇ ਬੁਲਬੁਲ ਇਹ ਕਿਧਰੇ ਵੀ ਹੋ ਸਕਦੇ ਨੇ। ਨਹੀਂ ਹੋ ਸਕਦੇ ਨੇ ਨਾ, ਅਤੇ ਬਸ ਫਿਰ ਇਹ ਕਿਤੇ ਹੈ ਨੇ। ਬਸ ਇੰਨਾ ਮੈਨੂੰ ਪਤਾ ਕਿ ਇਹ ਇੱਕ ਪਾਸੇ ਬਾਂਦਰ ਰਹਿੰਦਾ, ਇੱਕ ਪਾਸੇ ਬਿੱਲਾ ਰਹਿੰਦਾ, ਅਤੇ ਵਿਚਕਾਰ ਵਿਚਾਰੀ ਬੁਲਬੁਲ ਫਸੀ ਹੋਈ ਹੈ। ਹੁਣ ਬਾਂਦਰ ਦਾ ਕੰਮ ਹੈ ਨਾ ਜਿਹੜਾ, ਉਹ ਤੁਹਾਨੂੰ ਪਤਾ ਹੀ ਹੈ, ਸ਼ਰਾਰਤੀ ਜਿਹੀ ਮਖਲੂਕ ਹੈ। ਇਹ ਐਵੇਂ ਹੀ ਹਰ ਇੱਕ ਰਾਹ ਜਾਂਦੇ ਪੰਗੇ ਲੈਂਦਾ। ਕਿਸੇ ਦੀ ਚੀਜ਼ ਲੈ ਕੇ ਦੌੜ ਗਏ, ਕਿਸੇ ਨੂੰ ਐਵੇਂ ਖੋ ਕਰਕੇ ਡਰਾਇਆ, ਕਿਸੇ ਨੂੰ ਐਵੇਂ ਪੁੱਠੀ ਸਿੱਧੀ ਛਾਲ ਮਾਰ ਦਿੱਤੀ। ਅਤੇ ਇਹ ਕੋਈ ਮਤਲਬ ਕਿ ਵੈਸੇ ਅਜੀਬ ਜਿਹੀ ਜਾਨਵਰ ਹੈ। ਬਾਹਰ ਮਦਾਰੀ ਨੇ ਇਹਦੇ ਗਲੇ 'ਚ ਫਿਰ ਚੰਗੀ ਰੱਸੀ ਪਾਈ ਹੁੰਦੀ ਹੈ, ਅਤੇ ਉਹ ਇਹਨੂੰ ਫਿਰ ਖੂਬ ਨਚਾਉਂਦਾ ਹੈ। ਮਦਾਰੀ ਦੇ ਹੱਥ ਜਦੋਂ ਆ ਜਾਏ ਨਾ ਬਾਂਦਰ, ਅਤੇ ਬਸ ਫਿਰ ਉਸ ਦਾ ਉਹ ਬੜਾ ਮਜ਼ਾ ਲੈਂਦਾ ਫਿਰ ਬਾਂਦਰ ਦਾ। ਜ਼ਾਹਿਰ ਹੈ ਕਿ ਉਹਦੀ ਕਮਾਈ ਦਾ ਜ਼ਰੀਆ ਵੀ ਹੈ ਬਾਂਦਰ। ਲੇਕਿਨ ਇਹ ਬਾਂਦਰ ਜਿਹੜਾ ਨਾ, ਇਹ ਖੁੱਲ੍ਹਾ ਫਿਰ ਰਿਹਾ, ਇਹ ਕਿਸੇ ਮਦਾਰੀ ਸ਼ਦਾਰੀ ਦੇ ਕਬਜ਼ੇ 'ਚ ਨਹੀਂ ਹੈਗਾ। ਉਂਝ ਭਾਵੇਂ ਮਤਲਬ ਮਦਾਰੀ ਦੇ ਥੱਲੇ ਲੱਗਾ ਹੋਇਆ ਹੋਵੇ, ਮਦਾਰੀ ਦੇ ਇਸ਼ਾਰੇ ਜਿਹੜੇ ਨੇ ਉਹਨੂੰ ਫੜ ਫੁੜ ਕੇ ਅਤੇ ਉਹਦੇ 'ਤੇ ਅਮਲ ਵੀ ਕਰਦਾ ਹੋਵੇ। ਲੇਕਿਨ ਇਹਦਾ ਜਿਹੜਾ ਮਸਲਾ ਨਾ, ਇਹ ਅਖਬਾਰ ਸ਼ਖਬਾਰ ਫੜ ਕੇ ਅਤੇ ਲੋਕਾਂ 'ਤੇ ਬੜਾ ਰੋਹਬ ਪਾਉਣਾ ਚਾਹੁੰਦਾ ਹੈ। ਅਤੇ ਹੁਣ ਦੂਜੇ ਪਾਸੇ ਬਿੱਲਾ ਹੈ। ਉਹ ਬਿੱਲਾ ਜਿਹੜਾ ਨਾ, ਉਹ ਬੜੀ ਕੁੱਤੀ ਖੈਲ ਹੈ। ਉਹ ਬਸ ਉਹਦਾ ਤਾਂ ਇਹੋ ਹੀ ਕੰਮ ਹੈ ਕਿ ਕੁਛ ਮਿਲੇ ਅਤੇ ਉਹ ਮੈਂ ਉਧੇੜ ਕੇ ਖਾ ਜਾਵਾਂ। ਅਤੇ ਉਹ ਲੱਗਾ ਰਹਿੰਦਾ ਉਹ ਆਪਣੇ ਕੰਮਾਂ 'ਚ ਹੀ। ਅਤੇ ਉਹਨੂੰ ਬਾਂਦਰ ਦੇ ਉੱਤੇ ਵੈਸੇ ਬੜੀ ਤਪ ਚੜ੍ਹਦੀ ਹੈ, ਕਿਉਂਕਿ ਬਿੱਲੇ ਨੂੰ ਪੜ੍ਹਾਈ ਲਿਖਾਈ ਨਾਲ ਤਾਂ ਕੋਈ ਗਰਜ਼ ਹੀ ਨਹੀਂ ਨਾ। ਉਹ ਤਾਂ ਜਿਹੜਾ ਪੜ੍ਹੇ ਲਿਖੇ ਅਤੇ ਉਹਦੇ ਉਂਝ ਹੀ ਖਿਲਾਫ ਹੋ ਜਾਂਦਾ। ਉਹ ਆਪਣੀਆਂ ਬਿੱਲੀਆਂ ਛਿੱਲੀਆਂ ਨੂੰ ਬੜਾ ਡਰਾ ਡਰੂ ਕੇ ਰੱਖਦਾ ਕਿ ਬਾਂਦਰ ਕੋਲੋਂ ਕਿਧਰੇ ਮੁਤਾਸਰ ਨਾ ਹੋ ਜਾਣਾ।
ਬਾਂਦਰ ਜਿਹੜਾ ਅਖਬਾਰ ਫੜ ਕੇ ਫਿਰਦਾ ਨਾ ਜੰਗਲ 'ਚ, ਜੰਗਲ ਤਾਂ ਖੈਰ ਨਹੀਂ ਹੁਣ ਮਤਲਬ ਕਿ ਜੰਗਲ ਕਹਿ ਵੀ ਲਵੋ, ਬਾਹਰ ਕੋਈ ਵੀ ਜਗ੍ਹਾ ਹੈ, ਮੈਨੂੰ ਨਹੀਂ ਪਤਾ ਕਿਹੜੀ ਜਗ੍ਹਾ ਹੈ। ਅਤੇ ਇਹ ਹੁਣ ਉੱਥੇ ਜਨਾਬ ਬਿੱਲੇ ਦਾ ਵੀ ਖਰੂਦ ਹੈ ਚੰਗਾ ਭਲਾ, ਅਤੇ ਉਹ ਜਨਾਬ ਬਾਂਦਰ ਦੇ ਉੱਤੇ ਬੜੀ ਕੌਲ ਰੱਖਦਾ ਕਿ ਇਹ ਅਖਬਾਰ ਸ਼ਖਬਾਰ ਫੜ ਕੇ ਸਾਡੇ 'ਤੇ ਰੋਹਬ ਕਿਉਂ ਪਾਉਂਦਾ। ਅਤੇ ਉਹ ਫਿਰ ਆਪਣਾ ਝਪਟ ਵੀ ਇਹਨਾਂ ਦੀ ਹੁੰਦੀ ਰਹਿੰਦੀ ਹੈ। ਹੁਣ ਬਾਂਦਰ ਮਤਲਬ ਕਿ ਬਿੱਲੇ ਕੋਲੋਂ ਤਾਂ ਤਗੜਾ ਹੀ ਹੈ, ਅਤੇ ਬਿੱਲੇ ਨੂੰ ਕਿਸੇ ਵੇਲੇ ਬੇਖਬਰੀ 'ਚ ਉਹ ਆ ਕੇ ਉਹਦੇ ਸਿਰ 'ਤੇ ਲੱਪੜ ਜਿਹਾ ਮਾਰ ਕੇ ਦੌੜ ਜਾਂਦਾ, ਬਿੱਲਾ ਵੇਖਦਾ ਹੀ ਰਹਿ ਜਾਂਦਾ। ਉਹ ਫਿਰ ਦੂਰੋਂ ਜਾ ਕੇ ਉਹਨੂੰ ਖੂ ਕਰਕੇ ਡਰਾਉਂਦਾ ਵੀ ਹੈ, ਅਤੇ ਫਿਰ ਉਹਨੂੰ ਆਪਣਾ ਬਦਲੇ ਇੱਕ ਅੱਧਾ ਕੋਈ ਫਲ ਛਲ ਵੀ ਉਹਦੇ ਅੱਗੇ ਸੁੱਟ ਦਿੰਦਾ ਬਿੱਲੇ ਅੱਗੇ, ਅਤੇ ਬਿੱਲਾ ਫਿਰ ਉਸ ਵੇਲੇ ਖੁਸ਼ ਵੀ ਰਹਿੰਦਾ ਕਿ ਲੈ ਵੀ ਬਾਂਦਰ ਨੇ ਤਾਂ ਮੇਰੀ ਬੜੀ ਆਓ ਭਗਤ ਕੀਤੀ ਹੈ। ਅਤੇ ਤੀਜੇ ਪਾਸੇ ਇੱਕ ਬੁਲਬੁਲ ਹੈ, ਉਹ ਬੁਲਬੁਲ ਵੀ ਦੇਖੋ ਨਾ ਜੀ, ਉਹਦਾ ਵੀ ਘੌਂਸਲਾ ਹੈ, ਉਹਨੂੰ ਆਪਣੇ ਘੌਂਸਲੇ ਦੀ ਪਈ ਰਹਿੰਦੀ ਹੈ ਹਰ ਵੇਲੇ, ਕਿਉਂਕਿ ਬਿੱਲਾ ਜਿਹੜਾ ਹੈ ਇਹ ਬਾਸ 'ਤੇ ਨਹੀਂ ਆਉਂਦਾ ਉੱਥੇ ਚੱਕਰ ਚੁੱਕਰ ਲਾਉਣ ਤੋਂ, ਲੇਕਿਨ ਬੁਲਬੁਲ ਵੀ ਫਿਰ ਹੁਸ਼ਿਆਰ ਹੈ, ਉਹਨੇ ਕੋਈ ਨਾ ਕੋਈ ਸਰਬੰਧ ਕੀਤਾ ਹੁੰਦਾ ਹੈ ਕਿ ਬਿੱਲਾ ਉੱਥੇ ਨਾ ਆਵੇ, ਕਿ ਕਦੀ ਉੱਥੇ ਕੋਈ ਆਪਣਾ ਕਿਸੇ 2-4 ਹੋਰ ਬੁਲਬੁਲਾਂ ਨੂੰ ਇਕੱਠਾ ਕਰਕੇ, ਅਤੇ ਉਹ ਬਿੱਲੇ 'ਤੇ ਫਿਰ ਝਪਟਦੀਆਂ ਵੀ ਨੇ, ਅਤੇ ਬਿੱਲੇ ਨੂੰ ਫਿਰ ਠੂੰਗੇ ਸ਼ੂੰਗੇ ਵੀ ਮਾਰ ਕੇ ਦੌੜ ਜਾਂਦੀਆਂ ਨੇ, ਅਤੇ ਉਹ ਫਿਰ ਬਿੱਲਾ ਕੋਸ਼ਿਸ਼ ਤਾਂ ਕਰਦਾ, ਲੇਕਿਨ ਨਹੀਂ, ਬੁਲਬੁਲ ਦੇ ਘੌਂਸਲੇ ਤੱਕ ਨਹੀਂ ਪਹੁੰਚ ਸਕਦਾ। ਅਤੇ ਇਹ ਤਿੰਨਾਂ ਦੇ ਆਪਣੇ ਆਪਣੇ ਮਫਾਦਾਤ ਨੇ। ਬੁਲਬੁਲ ਜਿਹੜਾ ਉਹ ਵਿਚਾਰਾ ਜਾਂ ਵਿਚਾਰੀ ਜੋ ਵੀ ਹੈ, ਉਹ ਤਾਂ ਬਸ ਹਰ ਵੇਲੇ ਗਾਣੇ ਗਾਉਣਾ ਚਾਹੁੰਦੀ ਹੈ, ਮਿਊਜ਼ਿਕ ਸੁਣਾਉਣਾ ਚਾਹੁੰਦੀ ਹੈ ਲੋਕਾਂ ਨੂੰ, ਬੜੀ ਖੂਬਸੂਰਤ ਤਰਜ਼ਾਂ ਦੇ ਨਾਲ ਆਵਾਜ਼ਾਂ ਕੱਢਦੀ ਹੈ, ਅਤੇ ਲੋਕ ਆਉਣ ਜਾਣ ਵਾਲੇ ਦੂਸਰੇ ਪਰਿੰਦੇ ਜਾਨਵਰ ਸਭ ਬੜੇ ਮਹਿਜ਼ੂਜ਼ ਹੁੰਦੇ ਨੇ ਉਹਦੇ ਗਾਣਾ ਗਾਉਣ ਤੋਂ। ਅਤੇ ਇਹ ਆਪਣਾ ਇੱਕ ਦਿਨ ਦੀ ਗੱਲ ਹੈ ਕਿ ਹੁਣ ਬਿੱਲਾ ਜਿਹੜਾ ਨਾ, ਇਹ ਦੂਰੋਂ ਕਿਧਰੇ ਲਗਾ ਆ ਰਿਹਾ, ਅਤੇ ਉਹਨੂੰ ਨਜ਼ਰ ਆਉਂਦਾ ਕਿ ਬਾਂਦਰ ਲੱਤ 'ਤੇ ਲੱਤ ਰੱਖ ਕੇ ਇੱਕ ਦਰਖਤ ਦੇ ਨਾਲ ਟੇਕ ਲਾ ਕੇ, ਅਤੇ ਉਹ ਕਿਸੇ ਦੀ ਐਨਕ ਵੀ ਚੁਰਾ ਕੇ ਲਿਆਇਆ ਹੋਇਆ, ਅਤੇ ਉਹ ਲਾ ਕੇ ਅਤੇ ਅਖਬਾਰ ਪੜ੍ਹਨ ਦਾ ਡਰਾਮਾ ਕਰ ਰਿਹਾ। ਹੁਣ ਬਿੱਲੇ ਨੂੰ ਪਤਾ ਹੈ ਅਖਬਾਰ 'ਤੇ ਇਹਨੇ ਵਿਚਾਰੇ ਨੇ ਕੀ ਪੜ੍ਹਨਾ, ਇਹਨੂੰ ਕੋਈ ਅੰਗਰੇਜ਼ੀ ਜਾਂ ਉਰਦੂ ਜਾਂ ਪੰਜਾਬੀ ਕੋਈ ਆਉਂਦੀ ਤਾਂ ਨਹੀਂ ਨਾ ਸਪੈਨਿਸ਼ ਨਾ ਫਰੈਂਚ, ਕੁਛ ਵੀ ਨਹੀਂ ਆਉਂਦਾ ਉਹਨੂੰ, ਉਹ ਬਸ ਖੂ ਹੀ ਕਰ ਸਕਦਾ। ਅਤੇ ਇਸ ਵਾਸਤੇ ਬਿੱਲੇ ਨੂੰ ਪੱਕਾ ਪਤਾ ਹੈ ਕਿ ਇਹ ਅਖਬਾਰ ਨਹੀਂ ਪੜ੍ਹਦਾ, ਇਹ ਸਿਰਫ ਰੋਹਬ ਪਾਉਂਦਾ। ਬਾਕੀ ਜਿਹੜੇ ਦੂਸਰੇ ਜਾਨਵਰ ਨੇ ਉਹਨਾਂ ਨੂੰ ਐਡਾ ਸਮਝ ਨਹੀਂ, ਉਹ ਬਾਂਦਰ ਦੀ ਇਸ ਗੱਲ ਤੋਂ ਆਪਣਾ ਮਰੂਬ ਹੋ ਜਾਂਦੇ ਨੇ ਕਿ ਹਾਂ ਬਈ ਬਾਂਦਰ ਬੜਾ ਪੜ੍ਹਿਆ ਲਿਖਿਆ ਹੈ, ਇਹ ਐਨਕ ਸ਼ੈਨਕ ਲਾ ਕੇ ਅਖਬਾਰ ਵੀ ਪੜ੍ਹਦਾ। ਅਤੇ ਹੁਣ ਬਿੱਲੇ ਨੇ ਦੇਖਿਆ ਦੂਰੋਂ ਕਿ ਜਨਾਬ ਉਹ ਬਾਂਦਰ ਲੱਤ 'ਤੇ ਲੱਤ ਰੱਖ ਕੇ ਦਰਖਤ ਨਾਲ ਟੇਕ ਲਾ ਕੇ ਅਤੇ ਬੜੇ ਮਜ਼ੇ ਨਾਲ ਅਖਬਾਰ ਪੜ੍ਹ ਰਿਹਾ। ਅਤੇ ਆਪਣਾ ਬਿੱਲੇ ਨੇ ਸੋਚਿਆ ਕਿ ਯਾਰ ਅੱਜ ਇਹਨੂੰ ਥੋੜ੍ਹਾ ਜਿਹਾ ਮਜ਼ਾ ਤਾਂ ਸਿਖਾਵਾਂ, ਇਹਨੇ ਕੀ ਡਰਾਮਾ ਲਾਇਆ ਹੈ। ਉਹ ਬਿੱਲਾ ਜ਼ਰਾ ਵੱਲ ਪਾ ਕੇ ਨਾ ਪਰੇ ਦੀ ਆਇਆ, ਅਤੇ ਦਰਖਤ ਦੇ ਪਿਛਲੇ ਪਾਸਿਓਂ ਉੱਤੇ ਚੜ੍ਹ ਗਿਆ ਦਰਖਤ ਦੇ। ਉਹ ਕਾਫੀ ਉੱਚੇ ਜਾ ਕੇ ਨਾ, ਅਤੇ ਉਹਨੇ ਉੱਥੋਂ ਦਰਖਤ ਤੋਂ ਇੱਕ ਵੱਡਾ ਜਿਹਾ ਫਲ ਤੋੜਿਆ, ਅਤੇ ਬਾਂਦਰ ਦੀ ਟੋਟਣੀ ਦਾ ਨਿਸ਼ਾਨਾ ਲੈ ਕੇ ਨਾ ਅਤੇ ਆਰਾਮ ਨਾਲ ਛੱਡ ਦਿੱਤਾ ਉੱਥੋਂ। ਪਰ ਚੰਗਾ ਵਜ਼ਨੀ ਸੀ, ਪੂਰੀ ਸਪੀਡ ਨਾਲ ਆਇਆ ਅਤੇ ਬਾਂਦਰ ਦੀ ਟੋਟਣੀ ਦੇ ਵਿੱਚ ਵੱਜਾ। ਉਹ ਬਾਂਦਰ ਵਿਚਾਰਾ ਇਸ ਬੁਰੀ ਤਰ੍ਹਾਂ ਹੜਬੜਾ ਗਿਆ ਕਿ ਉਹਨੇ ਕੋਈ 3 ਫੁੱਟ ਉੱਚੀ ਛਾਲ ਮਾਰੀ ਅਤੇ ਪਰਾਂ ਜਾ ਕੇ ਡਿੱਗਾ।
ਉਹਨੂੰ ਕੋਈ ਪਤਾ ਨਹੀਂ ਉਹਦਾ ਅਖਬਾਰ ਕਿੱਧਰ ਗਿਆ, ਉਹਦੀ ਐਨਕ ਕਿੱਧਰ ਗਈ ਹੈ, ਅਤੇ ਹੜਬੜਾ ਕੇ ਕਦੀ ਇੱਧਰ ਦੌੜੇ ਕਦੀ ਉੱਧਰ ਦੌੜੇ, ਉਹਨੂੰ ਸਮਝ ਨਾ ਆਵੇ ਕਿ ਇਹ ਹੋਇਆ ਕੀ ਹੈ। ਅਤੇ ਉਸ ਤੋਂ ਬਾਅਦ ਬਿੱਲੇ ਨੇ ਉੱਤੋਂ ਥੋੜ੍ਹਾ ਮਿਆਉਂ ਜਿਹਾ ਕੀਤਾ ਅਤੇ ਬਾਂਦਰ ਨੇ ਉੱਤੇ ਤੱਕਿਆ, ਉਹਨੇ ਕਿਹਾ ਓਹੋ ਅੱਛਾ ਇਹਨੇ ਕੋਈ ਮੇਰੇ ਨਾਲ ਹਰਕਤ ਕੀਤੀ ਹੈ। ਅਤੇ ਬਾਂਦਰ ਜਨਾਬ ਦੜ ਵੱਟ ਗਿਆ। ਉਹਨੇ ਕਿਹਾ ਇਹਨੂੰ ਇਸ ਵੇਲੇ ਤਾਂ ਮੈਂ ਕੁਛ ਨਹੀਂ ਕਹਿੰਦਾ, ਅਤੇ ਇਹਨੂੰ ਫਿਰ ਮੈਂ ਨਿਬੜਨਾ ਵਾ ਕਿਸੇ ਹੋਰ ਚੱਕਰ 'ਚ ਲਿਆ ਕੇ। ਉੱਧਰੋਂ ਬੁਲਬੁਲ ਜਿਹੜੀ ਉਹ ਸਭ ਤੋਂ ਉੱਚੇ ਟਾਹਣ 'ਤੇ ਬੈਠੀ ਗਾਣੇ ਗਾ ਰਹੀ ਹੈ, ਉਹਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਕਿ ਥੱਲੇ ਕੀ ਹੋਇਆ। ਉਹ ਬਿੱਲਾ ਵੈਸੇ ਹੈ ਬੜੀ ਕੁੱਤੀ ਸ਼ੈ ਸੀ, ਬੜੀ ਉਹ ਜਨਾਬ ਬੜੇ ਵੱਟ ਦੇ ਅੰਦਰ ਫਿਰਦੇ ਹੁੰਦੇ ਸਨ ਕਿ ਇਹ ਕੋਈ ਗਾਣੇ ਕਿਸ ਤਰ੍ਹਾਂ ਗਾ ਰਿਹਾ ਹੈ ਅਤੇ ਕੋਈ ਆਪਣਾ ਅਖਬਾਰ ਕਿਸ ਤਰ੍ਹਾਂ ਪੜ੍ਹ ਰਿਹਾ ਹੈ, ਜਾਂ ਉਹਦੇ ਬਸ ਹਰ ਇੱਕ ਨਾਲ ਖੁਦਾ ਵਾਸਤੇ ਦਾ ਹੀ ਬੈਰ ਸੀ। ਅਤੇ ਉਹ ਜਨਾਬ ਹੁਣ ਉਹ ਇੱਕ ਪਾਸੇ ਉਹਨੇ ਬੁਲਬੁਲ ਵੱਲ ਵੀ ਵੇਖਿਆ, ਅਤੇ ਬੁਲਬੁਲ ਨੂੰ ਇੱਕ ਬੜਾ ਵੱਡਾ ਸਾਰਾ ਪਰਿੰਦਾ ਸੀ, ਹੁਣ ਉਹਦਾ ਮੈਨੂੰ ਨਾਂ ਨਹੀਂ ਯਾਦ ਰਿਹਾ, ਉਹ ਬੁਲਬੁਲ ਦੇ ਗਾਣੇ ਬੜੇ ਪਸੰਦ ਕਰਦਾ ਸੀ, ਕੋਈ ਮਿਊਜ਼ਿਕ ਲਵਰ ਸੀ ਉਹ। ਅਤੇ ਉਹ ਜਿਸ ਵੇਲੇ ਬੁਲਬੁਲ ਗਾਉਂਦੀ ਸੀ ਨਾ, ਅਤੇ ਉਹ ਪਰਾਂ ਬੈਠ ਕੇ ਅਤੇ ਉਹਦੇ ਗਾਣੇ ਦਾ ਮਜ਼ਾ ਲੈਂਦਾ ਸੀ। ਹੁਣ ਉਹ ਬਿੱਲਾ ਜਿਹੜਾ ਨਾ ਉਹ ਬਾਂਦਰ ਤੋਂ ਫਾਰਗ ਹੋ ਕੇ ਅਤੇ ਬੁਲਬੁਲ ਵਾਲਾ ਨੇ ਧਿਆਨ ਕੀਤਾ, ਅਤੇ ਦੂਰੋਂ ਉਹਨੂੰ ਉਹ ਪਰਿੰਦਾ ਵੀ ਵੇਖਦਾ ਸੀ। ਉਹਨੇ ਜਿਉਂ ਹੀ ਛਾਂ ਲਾ ਕੇ ਜ਼ਰਾ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਕਿ ਬੁਲਬੁਲ ਨੂੰ ਦਬੋਚਾਂ, ਉਹ ਪਰਿੰਦੇ ਨੇ ਝਪਟਾ ਮਾਰਿਆ ਅਤੇ ਬਿੱਲੇ ਦੀ ਜਨਾਬ ਕੰਧ ਦੇ ਉੱਤੇ ਆ ਕੇ ਉਹਨੇ ਆਪਣੇ ਪੰਜੇ ਗੱਡ ਦਿੱਤੇ, ਔਰ ਉਸ ਤੋਂ ਬਾਅਦ ਉਹਨੂੰ ਜਿਸ ਵੇਲੇ ਉਹਦੀ ਮੈਂ ਨਿਕਲੀ ਹੈ ਨਾ, ਅਤੇ ਫਿਰ ਉਹ ਤਾਂ ਉੱਡ ਗਿਆ। ਅਤੇ ਉਹ ਇਸ ਚੱਕਰ 'ਚ ਉਹ ਆਪਣਾ ਬਿੱਲਾ ਜਿਹੜਾ ਉਹ ਬੈਲੈਂਸ ਹੀ ਨਾ ਰੱਖ ਸਕੇ, ਅਤੇ ਪਟਕ ਕਰਕੇ ਉੱਤੋਂ ਠਾਹ ਥੱਲੇ ਡਿੱਗਾ। ਉਹ ਥੱਲੇ ਡਿੱਗਾ ਅਤੇ ਬਾਂਦਰ ਦੇ ਹੱਥ 'ਤੇ ਜਨਾਬ ਮੌਕਾ ਆ ਗਿਆ। ਬਾਂਦਰ ਭੱਜਿਆ ਹੋਇਆ ਅਤੇ ਉਹ ਹੋਈ ਸੀ ਉਹ ਜਿਹੜਾ ਫਲ ਸੀ ਨਾ ਵੱਡਾ ਸਾਰਾ, ਉਹਨੇ ਚੁੱਕ ਕੇ ਉਸੇ ਤਰ੍ਹਾਂ ਹੀ ਉਹਦੀ ਟੋਟਣੀ 'ਚ ਮਾਰਿਆ। ਉਹ ਮੈਨੂੰ ਹਿਆਉ ਕਰਦਾ ਦੌੜਿਆ, ਬਾਂਦਰ ਵੀ ਉਹਦੇ ਪਿੱਛੇ ਪਿੱਛੇ। ਖੂਬ ਉਹਨਾਂ ਨੇ ਚੱਕਰ ਲਾਇਆ ਇੱਧਰ ਉੱਧਰ 'ਤੇ ਉਹ ਬੁਲਬੁਲ ਜਿਹੜੀ ਉਹਨੂੰ ਸਮਝ ਲੱਗ ਗਈ ਕਿ ਇਹ ਬਿੱਲਾ ਮੇਰੇ 'ਤੇ ਅਟੈਕ ਪਿਆ ਕਰਦਾ ਸੀ, ਅਤੇ ਉਹਨੇ ਵੀ ਜਨਾਬ ਫਿਰ ਉੱਤੋਂ ਦੀ ਝਪੱਟਾ ਮਾਰ ਕੇ ਨਾ ਅਤੇ ਬਿੱਲੇ ਦੇ ਕੰਨ 'ਤੇ ਚੁੰਝ ਮਾਰ ਕੇ ਉੱਡ ਗਈ। ਅਤੇ ਇਹ ਸਭ ਕੁਛ ਹੀ ਚੱਲਦਾ ਰਿਹਾ, ਅਤੇ ਹੁਣ ਦੇਖੋ ਅੱਗੇ ਕੀ ਹੁੰਦਾ। ਲਓ ਜੀ ਭਾਅ ਜੀ, ਦੂਜੀ ਕਿਸ਼ਤ ਲੈ ਕੇ ਅਸੀਂ ਆ ਗਏ ਹਾਂ ਤੁਹਾਡੀ ਖਿਦਮਤ ਵਿੱਚ, ਅਤੇ ਬਾਂਦਰ ਬੁਲਬੁਲ ਅਤੇ ਬਿੱਲਾ। ਹੁਣ ਹੁੰਦਾ ਕੀ ਪਿਆ ਕਿ ਇੱਕ ਬਿੱਲੀ ਜ਼ਮੀਨ 'ਤੇ ਲੇਟੀ ਪੀੜ ਨਾਲ ਹਾਏ ਪੇ ਕਰਦੀ ਹੈ, ਅਤੇ ਦੂਜੀ ਪਤਲੀ ਜਿਹੀ ਬਿੱਲੀ ਆ ਕੇ ਕੋਲ ਬਹਿ ਜਾਂਦੀ ਹੈ, ਅਤੇ ਪਹਿਲੀ ਬਿੱਲੀ ਨੂੰ ਕਹਿੰਦੀ ਹੈ, ਪਹਿਲੀ ਬਿੱਲੀ ਉਹਨੂੰ ਕਹਿੰਦੀ ਹੈ ਹਾਏ ਨੀ ਵਧੀਏ, ਲੱਗਦਾ ਜਿਵੇਂ ਦਾ ਆਖਰੀ ਦਿਨ ਹੈ। ਵੱਡੀ ਬਿੱਲੀ ਹਾਏ ਹਾਏ ਉਸਕਾ ਆਖਰੀ ਹੈ, ਮਦਨ ਤੇਰੇ ਮਿਆਉ 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 ਦੁਸ਼ਮਣ, ਲਿਆ ਮੈਂ ਸਿਰ ਘੁੱਟ ਦਿਆਂ। ਪਹਿਲੀ ਹਾਏ ਮਿਆਉ, ਇਹ ਸਿਰ ਘੁੱਟਣ ਨਾਲ ਕੁਝ ਨਹੀਂ ਹੋਣ ਲੱਗਾ। ਮਿਆਉ, ਮੈਂ ਤਾਂ ਭੁੱਖ ਨਾਲ ਮਰੀ ਜਾ ਰਹੀ ਹਾਂ,
ਕੋਈ ਛਿਛੜਾ ਹੈ ਤਾਂ ਮੈਨੂੰ ਦੇ। ਵੱਡੀ, ਕਿਉਂ ਜ਼ਖਮਾਂ ਦੇ ਨਮਕ ਪਈ ਛਿੜਕਣੀ ਹੈ? ਮਿਆਉ ਮਿਆਉ ਮਿਆਉ। 3 ਹਫ਼ਤੇ ਹੋ ਗਏ ਹਾਂ ਮੈਂ ਇਹ ਛਿਛੜੇ ਦੀ ਸ਼ਕਲ ਵੀ ਵੇਖੀ ਹੋਵੇ। ਨਾ ਮੁਰਾਦਾਂ ਨੂੰ ਬਾਹਰ ਨਿਕਲਣਾ ਤਾਂ ਦੂਰ, ਬਾਹਰ ਵੇਖਣ ਤੇ ਵੀ ਪਾਬੰਦੀ ਲਾ ਛੱਡੀ ਹੈ। ਪਹਿਲੀ ਬਿੱਲੀ ਹੁਣ ਕਹਿੰਦੀ ਦਿਲ ਕਰਦਾ ਇਸ ਮੋਟੇ ਖਬੀਸ ਦੇ ਤਾਲੂ ਜੀ ਪੰਛੇ ਹੀ ਮਾਰਾਂ। ਵੱਡੀ, ਹੌਲੀ ਬੋਲ ਕਿਤੇ ਕੋਈ ਸੁਣ ਹੀ ਨਾ ਲਵੇ। ਪਹਿਲੀ, ਕਿਉਂ? ਮੈਂ ਕੋਈ ਲਤੀਫਾ ਸੁਣਾਇਆ? ਮਿਆਉ ਮਿਆਉ ਮਿਆਉ। ਵੱਡੀ, ਤੇਰੀ ਹਾਲਤ ਵੇਖਦਿਆਂ ਹੋਇਆ ਲਤੀਫਾ ਹੀ ਲੱਗਾ। ਤੂੰ ਪੰਛੇਰੀ ਚੁੱਕਣ ਜੋਗੀ ਹੈ? ਪਹਿਲੀ, ਮਿਆਉ ਦਿਲ ਤਾਂ ਖੁਸ਼ ਕਰ ਲੈਂਦਾ ਵੱਡੀਏ। ਵੱਡੀ, ਹੋ ਢਿੱਡ ਨੂੰ ਪਈਆਂ ਰੋਟੀਆਂ ਤੇ ਸਭੇ ਗੱਲਾਂ ਮਿਆਉ 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 ਖੋਟੀਆਂ। ਹਾਸੇ ਵੀ ਸਾਡੇ ਕੋਲੋਂ ਰੂਸੀ ਗਏ ਨੇ। ਮਿਆਉ। ਪਹਿਲੀ, ਇਹ ਜਾਨਵਰਾਂ ਦੀਆਂ ਤੰਜ਼ੀਮਾਂ ਵੀ ਖੜੇ ਮਿਆਉ 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 ਕਿੱਥੇ ਸਤੂ ਵੀ ਮਿਆਉ ਸੁੱਤੀਆਂ ਪਈਆਂ ਨੇ, ਉਹੀ ਕਿਤੇ ਆ ਕੇ ਸਾਡੀ ਜਾਨ ਛੁਡਾ ਦੇਣੀਆਂ। ਵੱਡੀ, ਤੋਬਾ ਕਰ, ਹੁਣ ਇੱਧਰ ਕੋਈ ਨਹੀਂ ਆਉਣ ਲੱਗਾ। ਮਿਆਉ। ਇਹ ਨਾ ਮੁਰਾਦਾਂ ਨੇ ਉਹਨਾਂ ਕੋਲੋਂ ਸਭ ਕੁਝ ਖਾ ਪੀ ਕੇ ਫਿਰ ਉਹਨਾਂ ਦੇ ਪਿੱਛੇ ਹੀ ਪੈ ਜਾਣਾ ਹੁੰਦਾ। ਹੁਣ ਸਾਡੀ ਬਾਤ ਵੀ ਪੁੱਛਣ ਕੋਲੇ ਵਾਲਾ ਕੋਈ ਨਹੀਂ ਰਿਹਾ। ਮਿਆਉ ਮਿਆਉ। ਪਹਿਲੀ, ਹਾਏ ਮੜੀ, ਉਹ ਤਾਂ ਹੱਸਦੀ ਜ਼ਮੀਨ ਹੈ। ਹਾਏ ਮਿਆਉ। 8 ਬਲੂੰਗੜੇ ਜੰਮਣੇ ਪੈਂਦੇ ਨੇ। ਮਿਆਉ। ਅਗਲੇ ਹਾਲੀ ਦੁੱਧ ਪੀ ਰਹੇ ਹੁੰਦੇ ਨੇ, ਉਹ ਤਾਂ ਨਵੇਂ ਦੁੱਧ ਪੀਣ ਵਾਲੇ ਆ ਜਾਂਦੇ ਨੇ। ਹਾਏ ਮਾਮਾ ਦੀ, ਖਾਣ ਪੀਣ ਨੂੰ ਲੱਗਦਾ ਕੁਝ ਨਹੀਂ, ਉਹ ਤਾਂ ਬਲੂੰਗੜੇ ਜੰਮਣ ਦਾ ਅਜ਼ਾਬ। ਵੱਡੀ, ਮੈਂ ਤਾਂ ਨਿਛੜੀ ਪਈਆਂ। ਵੱਡੀ, ਸਾਰਿਆਂ ਦਾ ਇਹ ਕੋਈ ਹਾਲ ਹੈ ਵਿਚਕਾਰ ਲਈਏ। ਮੈਂ ਆਪ ਸਵੇਰ ਦੀ 3 ਵਾਰੀ ਬੇਹੋਸ਼ ਹੋ ਚੁੱਕੀ ਹਾਂ। ਮਿਆਉ ਮਿਆਉ ਮਿਆਉ। ਖਬਰ ਬਲੂੰਗੜਿਆਂ ਨੂੰ ਕਿੱਥੇ ਜਾ ਕੇ ਛੱਡ ਆਉਂਦੇ ਨੇ। ਪਹਿਲੀ, ਉਹ ਬੜੇ ਬਾਂਦਰਾਂ ਦੇ ਨਾਲ ਇਲਾਕੇ 'ਚ ਜਾ ਕੇ ਛੱਡ ਆਉਂਦੇ ਨੇ। ਵਿਚਾਰੇ ਰੂੜੀਆਂ ਤੋਂ ਹੀ ਕੁਝ ਖਾ ਪੀ ਕੇ ਵੱਡੇ ਹੋ ਜਾਂਦੇ ਨੇ। ਅੱਧੇ ਬਾਂਦਰ ਅੱਧੇ ਬਿੱਲੇ ਬਣ ਜਾਂਦੇ ਨੇ। ਨਾ ਉਹ ਸਾਨੂੰ ਪਛਾਣਦੇ ਨੇ। ਮਿਆਉ ਮਿਆਉ ਮਿਆਉ। ਨਾ ਅਸੀਂ ਉਹਨਾਂ ਨੂੰ ਪਛਾਣਦੇ ਹਾਂ। ਦੂਰੋਂ ਆਉਂਦੀ ਨਿੱਕੀ ਬਿੱਲੀ ਨੂੰ ਵੇਖ ਕੇ ਹਾਏ ਹਾਏ ਨਹੀਂ, ਇਹ ਨਿੱਕੀ ਕੀ ਕਿਸੇ ਚੀਜ਼ ਲਿਆਂਦੀ ਹੈ। ਨਿੱਕੀ ਦੂਰੋਂ ਬੋਲਦੀ, ਵੱਡੀਏ ਵਿਚਕਾਰ ਵੀ ਹੈ, ਆ ਕੇ ਹੱਥ ਪਵਾਓ ਮੇਰਾ ਤੇ ਮਿਆਉ ਬਾਕੀ ਦੂਰਾ ਹੋ ਗਿਆ ਹੈ। ਕਬੂਤਰ ਹੈ ਕਬੂਤਰ। ਪਹਿਲੀ, ਉਹ ਤੇਰਾ ਸਤਿਆਨਾਸ਼। ਮਿਆਉ। ਤੂੰ ਬਾਹਰ ਗਈ ਹੈ? ਵੱਡੀ, ਹਾਏ ਮੈਂ ਮਰੀ, ਕਿਉਂ ਸਾਡਾ ਕਤਲੇਆਮ ਕਰਵਾਉਣਾ ਹੀ? ਮਿਆਉ ਮਿਆਉ ਮਿਆਉ। ਨਿੱਕੀ, ਨਹੀਂ ਬਾਜੀ, ਮੇਰੇ ਕੋਲੋਂ ਭਾਵੇਂ ਜਿੱਡੀ ਵੱਡੀ ਮਰਜ਼ੀ ਕਸਮ ਚੁਕਾ ਲਓ, ਮੈਂ ਬਾਹਰ ਨਹੀਂ ਗਈ। ਵੱਡੀ, ਤੇ ਫੇਰ ਇਹ ਕਬੂਤਰ? ਨਿੱਕੀ, ਉੱਡਦੀ ਚੀਲ ਤੁਹਾਡੀ ਗਾਏ,
ਵੱਡੀ ਛਾਲ ਮਾਰ ਕੇ ਨੱਚ ਪੈਂਦੀ ਹੈ। ਹਾਂਜੀ ਰੱਬ ਮਿਹਰਬਾਨ ਤੇ ਕੁੱਲ ਮਿਹਰਬਾਨ, ਰੱਬ ਮਿਹਰਬਾਨ ਮਿਆਉ ਮਿਆਉ ਕੁੱਲ ਮਿਹਰਬਾਨ। ਤਿੰਨੇ ਬਿੱਲੀਆਂ ਕਬੂਤਰ ਤੇ ਟੁੱਟ ਪੈਂਦੀਆਂ ਨੇ। ਉਧਰ ਬਾਂਦਰ ਦੀ ਸੁਣੋ, ਉਹ ਅਖਬਾਰ ਕੱਛੇ ਮਾਰ ਮਾਰ ਕੇ ਆਪਣੇ ਆਪ ਨੂੰ ਪ੍ਰੋਫੈਸਰ ਸਮਝਣ ਲੱਗ ਪਿਆ। ਉਹਨੂੰ ਕਿਤੋਂ ਦੱਸ ਪਈ ਕਿ ਬਹੁਤ ਪੜ੍ਹੇ ਲਿਖੇ ਲੋਕ ਟੀਵੀ ਟਾਕ ਸ਼ੋਅ 'ਚ ਬਹਿਸ ਕਰਦੇ ਨੇ ਤੇ ਉੱਥੇ ਇੱਕ ਦੂਜੇ ਨੂੰ ਖੂਬ ਲਤਾੜਦੇ ਨੇ। ਉਹ ਜਨਾਬ 5-7 ਕੇਲੇ ਫਾਲਤੂ ਖਾ ਕੇ ਤੇ ਟੁਰ ਗਿਆ ਟੀਵੀ ਸਟੇਸ਼ਨ। ਟਾਕ ਸ਼ੋਅ ਹੋਣ 'ਚ ਅਜੇ ਟਾਈਮ ਸੀ। ਉਹਨੇ ਜਾ ਕੇ ਤੇ ਇੱਕ ਕੁਰਸੀ ਮੱਲ ਲਈ ਤੇ ਅਖਬਾਰ ਆਪਣੇ ਮੂੰਹ ਅੱਗੇ ਕਰ ਲਿਆ। ਥੋੜ੍ਹੀ ਦੇਰ 'ਚ ਸਾਰਾ ਅਮਲਾ ਤੇ ਪ੍ਰੋਡਿਊਸਰ ਵੀ ਆ ਗਏ। ਪ੍ਰੋਡਿਊਸਰ ਨੇ ਵੇਖਿਆ ਕਿ ਕੋਈ ਅਖਬਾਰ ਪੜ੍ਹ ਰਿਹਾ ਹੈ ਤੇ ਉਹਨੇ ਆਪਣੀ ਟੀਮ ਨੂੰ ਸਰਗੋਸ਼ੀ 'ਚ ਕਿਹਾ ਕਿ ਪ੍ਰੋਫੈਸਰ ਚਾਰ ਚੁਫੇਰਾ ਸਾਹਿਬ ਵਕਤ ਤੋਂ ਪਹਿਲੇ ਹੀ ਆ ਗਏ ਨੇ ਤੇ ਕੋਈ ਇਹਨਾਂ ਨੂੰ ਡਿਸਟਰਬ ਨਾ ਕਰੇ ਤੇ ਉਹਨਾਂ 'ਤੇ ਸਪਾਟ ਲਾਈਟ ਫਿੱਟ ਕਰ ਦਿਓ। ਸਾਰਾ ਅਮਲਾ ਆਪਣੇ ਆਪਣੇ ਕੰਮੀ ਲੱਗ ਗਿਆ ਤੇ ਥੋੜ੍ਹੀ ਦੇਰ ਬਾਅਦ ਸਭ ਪੈਨਲਿਸਟ ਵੀ ਆ ਗਏ, ਜਿਨ੍ਹਾਂ 'ਚ ਮਿਸ ਮਕਬੂਲਾ ਬਗੂਲਾ, ਜਨਾਬ ਤਪਸ਼ ਤੰਦੂਰੀ, ਪਾਪਾ ਵਾਵਰੋੜਾ, ਇਹ ਸਭ ਸ਼ਾਮਿਲ ਸਨ। ਸਭ ਆਪਣੀਆਂ ਆਪਣੀਆਂ ਕੁਰਸੀਆਂ 'ਤੇ ਬਹਿ ਗਏ ਤੇ ਐਂਕਰ ਮਿਸ ਚੁਲਬੁਲੀ ਨੇ ਵੀ ਆਪਣੀ ਸੀਟ ਸੰਭਾਲ ਲਈ। ਐਨੇ 'ਚ ਪ੍ਰੋਡਿਊਸਰ ਦੇ ਫੋਨ ਦੀ ਘੰਟੀ ਵੱਜੀ। ਪ੍ਰੋਡਿਊਸਰ ਜੀ ਆਵਾਜ਼ ਗਵਾਉਂਦੀ ਹੈ, ਸਰ ਪ੍ਰੋਫੈਸਰ ਚਾਰ ਚੁਫੇਰਾ ਸਾਹਿਬ ਦਾ ਫੋਨ ਆਇਆ ਕਿ ਪੌੜੀਆਂ 'ਚ ਡਿੱਗ ਪਏ ਨੇ ਤੇ ਉਹ ਨਹੀਂ ਆ ਸਕਣ ਲੱਗੇ। ਪ੍ਰੋਡਿਊਸਰ ਹੈਰਤ ਨਾਲ ਅਖਬਾਰ ਫੜੇ ਬਾਂਦਰ ਵੇਖ ਕੇ ਕਹਿੰਦਾ, ਉਹ ਨਹੀਂ ਪ੍ਰੋਫੈਸਰ ਤੇ ਆਏ ਬੈਠੇ ਨੇ, ਉਹ ਐਵੇਂ ਕਿਸੇ ਨੇ ਸ਼ਰਾਰਤ ਕੀਤੀ ਹੈ ਤੁਹਾਡੇ ਨਾਲ। ਆਵਾਜ਼ ਅੱਗੋਂ ਕਹਿੰਦੀ, ਹੈਂ ਚਲੋ ਠੀਕ ਹੈ ਸਰ। ਫੋਨ ਬੰਦ ਹੋ ਜਾਂਦਾ। ਪ੍ਰੋਡਿਊਸਰ ਨੂੰ ਬੋਲਦਾ ਕਿ ਮਿਸ ਚੁਲਬੁਲੀ ਸਭ ਡੈਡੀ ਨੇ। ਚੁਲਬੁਲੀ, ਜੀ ਸਰ ਐਵਰੀਥਿੰਗ ਓਕੇ। ਪ੍ਰੋਡਿਊਸਰ ਕਹਿੰਦੇ ਠੀਕ ਹੈ, ਚਲੋ ਫਿਰ ਸ਼ੁਰੂ ਕਰੋ। ਮਿਸ ਚੁਲਬੁਲੀ ਦੇ ਮਿਡ ਕਲੋਜ਼ ਤੋਂ ਕੈਮਰਾ ਓਪਨ ਕਰਕੇ ਤੇ ਜ਼ੂਮ ਆਊਟ ਕਰੋ। ਗੁੱਡ। ਮਿਸ ਚੁਲਬੁਲੀ ਸਟਾਰਟ ਸਪੀਕਿੰਗ। ਮਿਸ ਚੁਲਬੁਲੀ, ਲਓ ਜੀ ਵਾਅਦੇ ਦੇ ਮੁਤਾਬਕ ਹਾਜ਼ਰ ਹਾਂ ਪਿਛਲੀ ਗੱਲ ਦਾ ਨਵਾਂ ਐਪੀਸੋਡ ਲੈ ਕੇ। ਪ੍ਰੋਡਿਊਸਰ ਧੀਮੀ ਆਵਾਜ਼ ਸੇ ਬੋਲਦਾ, ਜ਼ੂਮ ਆਊਟ ਕਰਕੇ ਬਾਕੀ ਸਭ ਪੈਨਲਿਸਟਾਂ ਨੂੰ ਵੀ ਫਰੇਮ ਵਿੱਚ ਲਓ। ਗੁੱਡ, ਪੈਨ ਕਰੋ ਇੱਧਰ ਨੂੰ। ਇੰਟਰੋਡਿਊਸ ਦ ਗੈਸਟ। ਮਿਸ ਚੁਲਬੁਲੀ। ਸਾਡੇ ਅੱਜ ਦੇ ਪੈਨਲ ਸ਼ਾਮਿਲ ਨੇ ਮਿਸ ਮਕਬੂਲਾ ਬਗੂਲਾ, ਤਪਸ਼ ਤੰਦੂਰੀ, ਪਾਪਾ ਵਾਵਰੋੜਾ ਤੇ ਪ੍ਰੋਫੈਸਰ ਚਾਰ ਚੁਫੇਰਾ ਸਾਹਿਬ। ਤਾਰਫ ਦਾ ਮੁਤਾਜ ਇਹਨਾਂ 'ਚ ਕੋਈ ਵੀ ਨਹੀਂ, ਇਸ ਲਈ ਵਕਤ ਜ਼ਾਇਆ ਕੀਤੇ ਬਗੈਰ ਮੇਰਾ ਪਹਿਲਾ ਸਵਾਲ ਲੇਡੀਜ਼ ਫਸਟ ਦੇ ਅਸੂਲ ਦੇ ਤਹਿਤ ਮਿਸ ਮਕੂਲਾ ਬਗੂਲਾ ਤੋਂ ਵੇ ਮਿਸ ਬਗੂਲਾ, ਇਹ ਜਿਹੜੀ ਪਿਛਲੇ ਦਿਨਾਂ ਤੁਹਾਡੀ ਪਾਰਟੀ ਦੀ ਅਸੈਂਬਲੀ 'ਚ ਝਪਟ ਹੋਈ ਹੈ, ਤੁਸੀਂ ਉੱਥੇ ਨਜ਼ਰ ਨਹੀਂ ਆਈਆਂ? ਕੀ ਤੁਸੀਂ ਆਪਣੀ ਪਾਰਟੀ ਦੀ ਹੱਥਾਪਾਈ ਦੀ ਪੁਲਿਸੀ ਨਾਲ ਇਖਤਲਾਫ ਰੱਖਦੇ ਹੋ? ਬਗੂਲਾ, ਸਭ ਤੋਂ ਪਹਿਲੇ ਤੇ ਸੁਣਨ ਵੇਖਣ ਵਾਲਿਆਂ ਨੂੰ ਸਲਾਮ, ਨਮਸਤੇ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਤੇ ਵਗੈਰਾ ਵਗੈਰਾ ਵਗੈਰਾ। ਜਿੱਥੋਂ ਤੱਕ ਤੁਹਾਡੇ ਸਵਾਲ ਦਾ ਜਵਾਬ ਹੈ ਤੇ ਇਖਤਲਾਫ ਦਾ ਤਾਂ ਕੋਈ ਸਵਾਲ ਹੀ ਨਹੀਂ। ਮੇਰੀ ਦਰਦ ਹੁੰਦੀ ਸੀ ਨਹੀਂ ਤੇ ਮੈਂ ਤੇ ਪਵਾ ਦੇਣੀਆਂ ਸਨ ਇਹਨਾਂ ਦੀਆਂ ਭੰਗੀਰੀਆਂ। ਮੈਂ ਤੇ ਉਸ ਡੂੰਗੀ ਵਾਲੇ ਬਾਂਦਰ ਦੀ ਟੋਪੀ ਲਾ ਕੇ ਉਹਦੇ ਹੱਥ ਫੜਾ ਦੇਣੀ ਸੀ। ਐਨੀ ਗੱਲ ਸੁਣਨੀ ਸੀ ਕਿ ਬਾਂਦਰ ਅਖਬਾਰ ਜ਼ਰਾ ਕੁ ਜਿੰਨਾ ਥੱਲੇ ਕਰਕੇ ਨਾਲ ਬੈਠੇ ਮਿਸ ਬਗੂਲਾ ਨੂੰ ਘੂਰੀ ਪਾਉਂਦਾ ਹੈ। ਬਗੂਲਾ, ਹਾਏ ਮੈਂ ਮਰ ਗਈ, ਇਹ ਕੀ ਚੀਜ਼ ਹੈ?
ਨਿਢਾਲ ਜੀ ਹੋ ਕੇ ਠਾ ਕੁਰਸੀ ਤੇ ਡਿੱਗਦੀ ਹੈ ਜਿਵੇਂ ਜਿਸਮ ਚੋਂ ਜਾਨ ਹੀ ਨਿਕਲ ਗਈ ਹੋਵੇ। ਜ਼ਰੂਰੀ ਕੋਈ ਨਹੀਂ ਬਗੂਲਾ ਜੀ, ਇਹ ਪ੍ਰੋਫੈਸਰ ਚਾਰ ਚੁਫੇਰਾ ਨੇ। ਬਗੂਲਾ ਕੰਮ ਦੀ ਆਵਾਜ਼, ਤੁਸੀਂ ਵੇਖੋ ਚੁਲਬੁਲੀ ਵੇਖਣਾ ਕੀ ਹੈ, ਇਹਨਾਂ ਕੋਲੋਂ ਵੀ ਪੁੱਛ ਲੈਂਦੇ ਹਾਂ। ਹਾਂਜੀ ਪ੍ਰੋਫੈਸਰ ਚਾਰ ਚੁਫੇਰਾ ਸਾਹਿਬ, ਇਸ ਹਫ਼ਤੇ ਤੁਹਾਡੇ ਚਾਰ ਚੁਫੇਰੇ ਕੀ ਚੱਲਦਾ ਰਿਹਾ? बांदर अखबार मेज पे रख के जोर से करना शुरू कर देता है। फिर मेज से जोर से हथ मारता तो उछल के मेज के उत्ते बह जाता है। सब नूं दंदल जी पै जाती है तो सब दिखते ढंडे उठ के बाहर भज जाते। बांदर मजे नाल अखबार चुकता है तो रोशनदान ते छाल मार के बाहर नूं निकल जाता है। अज का एपीसोड इत्थे ही एंड करने, अगले का इंतजार करो जी। अब इन वीडियोस के ऊपर बात करने के लिए मैंने एक ये कुछ थोड़ा सा मैंने रिकॉर्ड किया है, वो आप देखिए तो आपको इन वीडियोस के बारे में कुछ तफसीलात मुहैया की हैं मैंने, जो आप यकीनन एंजॉय करेंगे। और ये सारी टोटल वीडियो जो है, इसका मकसद सिर्फ ये है कि मेरे एक दोस्त ने जो कि मुझे बता रहा था कि वो मेरा बहुत बड़ा फ़ैन है और उसने बड़े अरसे के बाद मुझे कहीं से ढूंढ के निकाला है, तो वो मुझसे ये भी रिक्वेस्ट कर रहा था कि वो मुझसे, क्योंकि उसको इस फ़न ड्रामा में दिलचस्पी है, तो वो मुझसे कभी कभी कोई ना कोई सवाल करने का भी कह रहा था कि मैं, अगर आप बुरा न मनाएं तो मैं सवाल करता हूँ। मैंने कहा ये तो इसमें बुरा मनाने वाली भला कौन सी बात है, अगर मैं किसी को कुछ बताने के काबिल हूँ तो मैं क्यों नहीं बताऊँगा। तो उसने फिर कुछ बातें की थी जिसके जवाब में मैंने ये वीडियो बनाई है, तो वो अब आप देखिए। जो भी फ़न ड्रामा से मुताल्लिक़ हैं, क्योंकि मेरा ये चैनल तो है ही इसी मकसद के तहत कि जो भी फ़न ड्रामा के बारे में कुछ जानना चाहते हैं, कुछ सीखना चाहते हैं, ख़ास तौर पर पाकिस्तान में जो मेरे मुशाहिदे में है फ़न ड्रामा का, जो मेरा बड़ा तवील सफ़र रहा है रेडियो, टेलीविज़न, फिल्म्स और जर्नलिज़म के हवाले से भी, तो स्टेज के ख़ास तौर पे, तो उसमें ये सारी तारीख़ मैंने जो मेरे मुशाहिदे में है वो मैंने समझने की कोशिश की है। तो ये क्योंकि चैनल उसी हवाले से है और मैं चाहता हूँ कि जो अपकमिंग लोग हैं ड्रामे के बारे में कुछ जानना चाहते हैं या जानते हैं और कुछ मज़ीद जानना चाहते हैं, तो वो मेरे इस चैनल की वीडियोस को देखें। तो ये वीडियो भी उसी सिलसिले की एक कड़ी है, तो मुलाहिज़ा फरमाइए। मेरे इस मज़मून का उन्वान है, मज़मून कह रहे हैं या आप चाहें तो लेक्चर कह रहे हैं या कोई भी और नाम दे दें, तो उन्वान है इसका क़तरे में दजला। तो समीर साहब, अब आपने देखा कि ये कहने को तो दो छोटी छोटी 12-12 मिनट्स की वीडियोस हैं, लेकिन यहाँ कूजे में दरिया बंद हुआ पड़ा है। शायद आप ये बात सुनकर हंस पड़े और सोचें, या फिर मेरे मुंह पर ही कह दें कि बड़े मियाँ ये कौन सी बड़ी बात है, आपको बस एक कैमरा ही तो चाहिए, ऑन करके सामने रखें और बना दें वीडियो। अब मैं आपको बताता हूँ कि आपकी सोच यहाँ पर क्यों सादगी पर मबनी है। गालिब का एक शेर है जिसमें उसने क़तरे में दजला दिखाई ना देने की बात की है कि अगर आप एक देग में से एक प्लेट खाकर पूरी देग के हालात ना समझ पाएं
تو پھر باورچی فیل ہے۔ تو یہ چھوٹی چھوٹی 2 ویڈیوز بالکل اسی کا مصداق ہیں۔ سب سے پہلے تو نوٹ کرنے کی یہ بات ہے کہ ان چھوٹی چھوٹی ویڈیوز کے بنانے میں بیک وقت کتنے شعبے کام کر رہے ہیں۔ نمبر 1، ڈرامہ نگاری کا شعبہ۔ یہ ایک انتہائی پیچیدہ اور تخلیقی کام ہے۔ اس کی مثال آپ میر تقی میر کے ایک شعر سے لیجئے۔ فرماتے ہیں، مت سہل ہمیں جانو، پھرتا ہے فلک برسوں، تب خاک کے پردے سے انسان نکلتا ہے۔ یہ بالکل ایسا ہی ایک عمل ہے جو صرف دانائے راز ہی سمجھ سکتے ہیں، کیونکہ ڈرامہ صرف اسی وقت ظہور پذیر نہیں ہوتا جب کوئی ڈرامہ نگار اسے لکھنے کے لیے بیٹھتا ہے یا لکھ کر ایک طرف رکھ دیتا ہے اور کوئی دوسرا شخص اسے آ کر پڑھ لیتا ہے۔ ڈرامہ نگار نے لکھنے کے لیے بیٹھنے سے پہلے اسے دن رات سوچا ہوتا ہے، اٹھتے بیٹھتے، کھانا کھاتے ہوئے، لیٹے ہوئے، یہاں تک کہ سوتے ہوئے بھی اس کا دماغ کسی نہ کسی طور اس پر کام کر رہا ہوتا ہے۔ تب جب اس کے دماغ میں وہ موہوم سا خیال کوئی واضح شکل اختیار کر لیتا ہے تو پھر وہ کہیں جا کر میز پر بیٹھتا ہے، کاغذ قلم یا آج کل کے حساب سے ٹائپ رائٹر پر۔ اسے پھر تصور سے تصویر کی شکل میں لاتا ہے، یا یوں کہیے کہ تحریر کی شکل میں لاتا ہے۔ اوپر جو میں نے ایک لفظ استعمال کیا ہے دانائے راز، تو تشریح یہ ہے کہ ایک گائناکالوجسٹ ہی جانتا یا جانتی ہے کہ عمل جماع سے لے کر حمل کے ٹھہر جانے اور پیدائش کے عمل تک کیا کیا کچھ وقوع پذیر ہوتا ہے۔ اسی وجہ سے جب کوئی طالب علم کلاس روم میں ڈرامہ پڑھانے والے استاد سے سوال کرتا ہے کہ جناب، جب ہم کسی ڈرامے کو اسٹیج پر پیش کرتے ہیں تو مختلف شعبوں میں سے سب سے اہم شعبہ کون سا ہوتا ہے کہ جسے آپ پہلا نمبر دے سکتے ہیں، تو پہنچے ہوئے استاد بتلاتے ہیں کہ نمبر 1 تو اسکرپٹ ہی ہے۔ پھر کوئی آپ جیسا کھوجی طالب علم سوال کر ڈالتا ہے کہ جناب، نمبر 2 پر پھر آپ کسے رکھیں گے؟ تو جواب آتا کہ وہ بھی اسکرپٹ ہی ہے۔ پھر کوئی اور بات کی تہہ تک پہنچنے کا شوقین شاگرد سوال کرتا ہے کہ جناب، پھر تیسرے نمبر پر آپ کسے رکھتے ہیں؟ تو جواب ملتا ہے کہ وہ بھی اسکرپٹ ہی ہے۔ اب آپ یہاں سے اندازہ لگا سکتے ہیں کہ یہ کہنا کہ آپ نے تو بس کیمرہ آن کر کے بیٹھنا ہوتا ہے، یہ کون سا بڑا کام ہے، کس قدر ناقدری اور ناانصافی ہے۔ ساری دنیا میں تخلیق کاروں کو نہ صرف معاشرے اور ان کے پیشوں سے منسلک لوگ سر آنکھوں پر بٹھاتے ہیں، بلکہ خطیر معاوضے بھی دیتے ہیں تاکہ انہیں روزگار کمانے سے فرصت مل جائے اور وہ اپنے تخلیقی کاموں کو پورے انہماک سے سر انجام دے سکیں۔ اسی لیے تو پھر لافانی شاہکار جنم لیتے ہیں جنہیں لوگ صدیوں یاد رکھتے ہیں، اور جن کے لیے کہا جاتا ہے کہ a thing of beauty is a joy forever، یا پھر یوں بھی کہا جاتا ہے کہ a diamond is forever۔ ہاں، البتہ پاکستان میں حالات بالکل اس کے برعکس ہیں، تخلیق کار کو تو کچھ بھی سمجھا ہی نہیں جاتا۔ اس بیچارے کو تو معمولی سا معاوضہ دے کے فارغ کر دیا جاتا ہے، اور اسی لیے تو پھر وہ بیچارے بڑھاپے میں آ کے یا پھر جب ان کا زوال آ جاتا ہے تو پھر لوگوں سے ہاتھ پھیلا کے مانگنے پر مجبور ہو جاتے ہیں۔ لیڈ رکھتی ہیں کہ وہ فلاں بڑا سٹار تھا جی، بڑا یہ تھا اور وہ بڑا وہ تھا، تو قسم پرسی کے عالم میں دنیا سے رخصت ہو گیا۔ یہ دیکھیں، یہ کتنی بڑی ٹریجڈی ہے، اور میرا خیال ہے کہ صرف پاکستان میں ہی ایسا ہوتا ہے، شاید کہیں اور بھی ہوتا ہو، لیکن میرے علم میں نہیں ہے۔ تو باتوں میں سے باتیں نکلتی ہی رہتی ہیں، تو پھر اسی لیے دنیا کی سبھی مہذب سوسائٹیز میں ماں باپ کو حد درجہ تکریم کی نظر سے دیکھا جاتا ہے کہ
وہ اولاد کو دنیا میں لانے کی وجہ ہوتے ہیں، اور پھر یہیں پر بس نہیں، وہ اولاد کو پالتے پوستے بھی ہیں اور انہیں کسی یوگا بنانے کی کوششوں میں بھی لگے رہتے ہیں۔ خیر اب اس طرح تو باتوں میں سے باتیں نکلتی ہی چلی جائیں گی کہ چلیے ہم واپس موضوع کی طرف چلتے ہیں۔ تو ادھر چلنے سے پہلے ایک اور چھوٹی سی ضمنی بات عرض کرتا چلوں کہ اوپر جو لفظ پہنچا ہوا استعمال کیا ہے میں نے، اس کی تشریح یہ ہے کہ کوئی ایسا ماہر شخص جو کسی شے کے وقوع پذیر ہونے کے پورے عمل کو الف سے لے کر یہ تک جانتا ہو، شاید صوفیہ کی زبان میں اسے عارف بھی کہا جاتا ہے۔ تو چلیے واپس موضوع کی طرف۔ نمبر 2، ہدایت کاری کا شعبہ۔ اب یہاں اساتذہ فن میں تھوڑا سا اختلاف پایا جاتا ہے۔ اوپر بیان کردہ اساتذہ کے مطابق ہدایت کار چوتھے نمبر کی عام ترین شخصیت ہے، جبکہ بہت سے پہنچے ہوئے لوگ ہدایت کار کو پہلے نمبر پر رکھنے کی وکالت کرتے ہیں، کیونکہ ان کے نزدیک ہدایت کار اس لیے سب سے اہم بندہ ہے کہ وہ اسکرپٹ کی تشریح کرتا ہے اور اسے کسی اور ہی ڈھنگ میں بنا کر پیش کرتا ہے کہ دنیا اش کر اٹھتی ہے۔ ویسے تو باقاعدہ قسم کے پروفیشنل کام کرنے والوں کے ہاں آئے روز ایسی مثالیں ملتی ہی رہتی ہیں، لیکن عالمی سطح پر ایک مثال ہمیں شیکسپیئر کے ایک کھیل رومیو جولیٹ کی ملتی ہے۔ اس کھیل کو سلور اسکرین پر پیش کرتے وقت ہدایت کار زفریلی نے یہ کہہ کر اس کا حلیہ ہی تبدیل کر دیا کہ اس قسم کا لو تو صرف ٹین ایجر ہی کر سکتے ہیں، یہ میچور یا عاقل بالغ لوگوں کا کام ہی نہیں۔ چنانچہ پہلی بار یہ کردار چھوٹی عمر کے لوگوں سے کروائے گئے اور شیکسپیئر ہی کے اسی ڈرامے کا ایک بالکل انوکھا رنگ سامنے آیا اور لوگ اش کر اٹھے۔ اگر آپ میری ذاتی رائے پوچھیں تو میں کہوں گا کہ جناب اسکرپٹ ہی کی مرکزی حیثیت برقرار رہے گی۔ وجہ اس کی یہ ہے کہ اسکرپٹ تو ڈرامہ نگار ہی غیب کے پردے سے ظہور میں لایا ہے، ورنہ تو ہدایت کار کو اپنی ہدایت کاری یا تشریح کرنے کا کوئی موقع ہی نہ ملتا۔ بہرحال ہدایت کار بھی ڈرامہ نگار کے بعد بہت بڑی اہمیت کا حامل ہوتا ہے، اسے بھی کوئی جھٹلا نہیں سکتا۔ اب یہاں میں اپنی ان دونوں ویڈیوز کی مثال دے کر بات کو واضح کروں گا کہ میری جگہ کوئی اور ہدایت کار ہوتا تو وہ مس چڑبڑی کے کردار میں شاید کسی اپنی محبوب اداکارہ کو کاسٹ کرتا جو کہ عمر رسیدہ اور بڑی متانت سے بات کر رہی ہوتی، تو وہ میرے اسکرپٹ کو ذبح کرنے کے مترادف نہ ہوتا۔ اب آپ خود سوچیں کہ کیا کوئی سنجیدہ یا متین عورت چڑبڑی بنی ہوئی وہ مزاح پیدا کرنے کا باعث بن سکتی تھی جو اب پیدا ہوا ہے؟ اگر آپ کا جواب ہاں میں ہو تو پھر میں تو دل ہی دل میں لاہور پڑھ کر یہ سوچتا ہی رہ جاؤں گا کہ یا خدا، یہ شاگرد رشید کیا میری ہی قسمت میں لکھا تھا؟ مزاحیہ انداز میں بات سمجھانے کی کوشش کی ہے، اسے آپ سچ مچ اپنے اوپر کوئی حملہ تصور نہ کیجیے گا۔ تھوڑی بہت سینس آف ہیومر کے بغیر زندگی پھیکی اور بے رنگ سی ہو جاتی ہے۔ امید ہے کہ آپ بھی میرے ساتھ مل کر قہقہ لگائیں گے۔ ایک منٹ ویسے آپس کی بات ہے، ہاں ہو بھی سکتا ہے۔ اب آپ دل ہی دل میں میرے لیے لاہور پڑھ رہے ہوں گے۔ بات یہ ہے کہ کوئی زیرک ہدایت کار اور پہنچی ہوئی اداکارہ ہو تو ایسا ممکن بھی ہے، کیونکہ وہ اسے اس طرح لوگوں تک پہنچائیں گے کہ لوگ ہنستے ہوئے کہنے پر مجبور ہو جائیں گے کہ دیکھو ذرا دل، اور بھائی کم نہیں آندا تو کچھ اور کر رہا ہے، سفارش جی نہ ہوئے تھے۔ یہ ہوتی ہے ہدایت کار کی انٹرپریٹیشن۔
چلیے اگلے نمبر کی طرف چلتے ہیں. نمبر 3، پیشکاری کا شعبہ. اسے ہم بالعموم پروڈیوسر کے نام سے یاد کرتے ہیں. ٹیلی ویژن پر اکثر ہدایت کار اور پروڈیوسر ایک ہی شخص ہوتا ہے. گو کہ یہ دو الگ الگ شعبے ہوتے ہیں. پروڈیوسر کا کام ہوتا ہے کہ وہ ہدایت کار کی ڈیمانڈ کے مطابق اس کے ذہن کو پوری طرح سمجھتے اور پڑھتے ہوئے اسے افراد اور ساز و سامان مہیا کرے. مثلا ہدایت کار کو کسی ڈرائنگ روم کا سین فلمانا ہے تو پروڈیوسر سے یا تو وہ سیٹ لگوا کر دے گا جیسا کہ ہدایت کار کے ذہن میں ہے، یا پھر کسی کا گھر کا ویسا ہی ڈرائنگ روم اسے مہیا کر کے دے گا جو اس کے ذہن میں موجود ہے. اسی طرح وہ کاسٹ بھی مہیا کرے گا جیسی کہ ہدایت کار کے ذہن میں ہے. اب آپ پھر اپنی انہی ویڈیوز کی آپ کو مثال دوں گا کہ ایک پروڈیوسر کے طور پر میں نے انٹرنیٹ سے وہ تصویر ڈھونڈی جو ایک ہدایت کار کے طور پر میرے ذہن میں تھی. مثال کے طور پہ وہ مس چلبری کی تصویر، یا پھر مس مقبولہ بگولہ کی تصویر. تو نمبر 4 ہوتا ہے فنانسر. تو جناب یہ بھی بہت اہم شعبہ ہے. انگریزی کا محاورہ ہے نا کہ منی میکس این گو، پیسوں کے بغیر کوئی کام ہو ہی نہیں سکتا. اب یہاں میں نے اپنا کیمرہ، اپنا کمپیوٹر، اپنی مشقت اور بھی بہت سی چیزیں اس پروڈکشن کے لیے مہیا کی. تو یہ ہو گیا جناب فنانسر کا شعبہ. اکثر غلط طور پر لوگ اسے پروڈیوسر کا نام بھی دے دیتے ہیں، حالانکہ یہ دونوں الگ الگ شعبے ہیں. تو نمبر 5، اداکاری کا شعبہ. مندرجہ والا شعبہ جات کے دستیاب ہو جانے کے بعد ہی اس شعبے کو نمبر دیا جا سکتا ہے، کیونکہ ان سب کی عدم موجودگی میں اداکاروں کو انگیج کیا ہی نہیں جا سکتا. ویسے اس میں کوئی شک نہیں کہ تخلیقی اعتبار سے دیکھا جائے تو ان کا نمبر ہدایت کار کے بعد ہی ہے، کیونکہ اپنے کردار میں فٹ اداکار فلم یا ڈرامے کو 4 چاند لگا دیتے ہیں اور ان کی روشنی پھر تماشائیوں کی آنکھوں کو خیرہ کر کے رکھ دیتی ہے اور وہ ان کے جلووں میں کھو جاتے ہیں. اسی لیے تو انہیں ستارے کہا جاتا ہے بھائی. جی تو نمبر 6، کیمرے کا شعبہ. یہ شعبہ بھی فلم، ٹی وی اور سوشل میڈیا کے حوالے سے انتہائی اہم ہے. اسی کے اندر لائٹس بھی آ جاتی ہیں. اب کس منظر کو کس رخ سے دکھایا جاتا ہے یہ بھی انتہائی اہم بات ہے. ایک مشاق کیمرہ مین ہدایت کار کو بتاتا ہے کہ جناب اس سین کے اندر یہ شارٹس بنتے ہیں اور آپ یہاں یہ لائٹ اور یہ فلٹر لگائیں تو آپ کی منشا کے مطابق سین بن جائے گا. غور و خوض کے بعد ہدایت کار منظوری دیتا ہے اور یوں ایک بہترین پروڈکشن وجود میں آتی ہے. نمبر 7، سیٹس. منظر میں حقیقی رنگ بھرنے کے لیے اسٹوڈیوز کے اندر ماہر ترکھانوں اور ڈیزائنرز کی مدد سے سیٹس لگوائے جاتے ہیں اور یہ سب بھی اپنے اپنے کام میں پہنچے ہوئے لوگ ہوتے ہیں. ویسے تو مزید تفصیل میں بھی جایا جا سکتا ہے، لیکن ایک ہی نشست میں سب کچھ بتا دینا بھی ممکن ہی نہیں ہے. بہرحال اس امید کے ساتھ آپ کو یہ لیکچر یا مضمون یا اسے جو بھی آپ نام دے لیں بھیج رہا ہوں کہ آپ اس سے پوری طرح مستفید ہو پائیں گے. اور یہ میں آپ کا شوق و ذوق دیکھ کر آپ کو بھیج رہا ہوں. اگر آپ کے ذہن میں کوئی سوال پیدا ہو تو پوچھنے میں ہرگز جھجک محسوس نہ کیجیے گا. آپ کی سہولت کے لیے اسے ریکارڈ کر کے بھیج رہا ہوں، کیونکہ آپ فرما رہے تھے کہ وہ پڑھنے کا شاید آپ کا مسئلہ ہے یا وہ کچھ اور ہے، تو اسی لیے یہ ریکارڈڈ وائس ریکارڈنگ آپ کو بھیج رہا ہوں. تو خیر اندیش کو اجازت دیجیے. مصطفیٰ سجاد حیدر عرض کر رہا ہوں بتاریخ 18 نومبر 2025 لندن سے. خدا حافظ.